Dear students, today we are going to discuss few numerical problems on propagation of error. ਲਾਸਟ ਲੈਕਚਰ ਦੇ ਵਿੱਚ ਅਸੀਂ ਪ੍ਰੋਪੇਗੇਸ਼ਨ ਆਫ ਐਰਰ ਦੀ ਜਿਹੜੀ ਹੈ ਥਿਊਰੀ ਆਪਾਂ ਡਿਸਕਸ ਕੀਤੀ ਕਿ ਕਿਸ ਤਰ੍ਹਾਂ ਜਿਹੜੀ ਹੈ ਜੇਕਰ ਇੱਕ ਮੈਜ਼ਰਮੈਂਟ ਵਿੱਚ ਐਰਰ ਹੈ ਦੂਸਰੀ ਵਿੱਚ ਐਰਰ ਹੈ ਤੇ ਉਹ ਕਿਸ ਤਰ੍ਹਾਂ ਜਿਹੜੀ ਹੈ ਤੁਹਾਡਾ ਫਾਈਨਲ ਰਿਜ਼ਲਟ ਦੇ ਵਿੱਚ ਉਹ ਐਰਰ ਪ੍ਰੋਪੇਗੇਟ ਕਰ ਜਾਂਦੀ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਉਹ ਚਲੀ ਜਾਂਦੀ ਹੈ। ਨਾਓ ਵੀ ਵਿਲ discuss few problems. First of all, ਅਸੀਂ ਜਿਹੜੇ ਫਾਰਮੂਲੇ ਡਰਾਈਵ ਕੀਤੇ ਸੀ ਪਹਿਲਾਂ ਉਹਨਾਂ ਨੂੰ ਅਸੀਂ ਇੱਕ ਵਾਰੀ ਦੁਬਾਰਾ ਦੇਖ ਲੈਂਦੇ ਆ। ਜੇਕਰ ਸਾਡੇ ਕੋਲ ਦੋ ਨੰਬਰ ਦਾ ਸਮ ਹੈ ਜਾਂ ਦੋ ਨੰਬਰ ਦਾ ਸਾਡੇ ਕੋਲ ਜਿਹੜਾ ਹੈ ਡਿਫਰੈਂਸ ਹੈ ਤਾਂ ਉਸ ਟਾਈਮ ਦੇ ਉੱਤੇ ਜਿਹੜੀ ਐਰਰ ਹੈ ਉਹ ਕਿਸ ਤਰ੍ਹਾਂ ਨਿਕਾਲਦੇ ਸੀ ਡੈਲਟਾ ਜ਼ੈਡ एब्सोल्यूट एरर इन द मेजरमेंट ऑफ जेड जेड की चीज है ਜਾਂ ਸਮ ਹੋਏਗਾ ਜਾਂ ਡਿਫਰੈਂਸ ਉਹਦੇ ਵਿੱਚ ਜਿਹੜੀ ਐਰਰ ਆਏਗੀ ਇਟ ਵਿਲ ਬੀ ਪਲੱਸ ਮਾਈਨਸ ਅਸੀਂ ਬਾਹਰ ਲਗਾਉਂਦੇ ਆ ਤੇ ਸਾਡੇ ਕੋਲ ਕੀ ਆਂਦਾ ਸੀ ਡੈਲਟਾ A ਪਲੱਸ ਸਾਡੇ ਕੋਲ ਆ ਗਿਆ ਡੈਲਟਾ B। ਜਿਹੜੇ ਦੋ ਨੰਬਰਸ ਜਿਹੜੀ ਅਸੀਂ ਮੈਜ਼ਰ ਕੀਤੇ ਪਹਿਲਾ ਨੰਬਰ ਸਾਡੇ ਕੋਲ ਕਿਹੜਾ A ਉਹਦੀ ਐਰਰ ਡੈਲਟਾ A ਇਹ ਦੂਸਰਾ ਨੰਬਰ ਹੈ ਉਹਦੀ ਐਰਰ ਦੋਨਾਂ ਨੂੰ ਅਸੀਂ ਪਲੱਸ ਕਰ ਲੈਣਾ ਹੈ। ਇਹ ਫਾਰਮੂਲਾ ਅਸੀਂ ਕੱਲ ਡਿਸਕਸ ਕੀਤਾ। ਇਹ ਦੋਨਾਂ ਵਾਸਤੇ ਲੱਗੇਗਾ ਸਮ ਵਾਸਤੇ ਤੇ ਡਿਫਰੈਂਸ ਵਾਸਤੇ ਤੇ ਜੇਕਰ ਸਾਡੇ ਕੋਲ ਜਿਹੜਾ ਹੈ ਮਲਟੀਪਲਾਈ ਜਾਂ ਸਾਡੇ ਕੋਲ ਜਿਹੜਾ ਹੈ ਡਿਵੀਜ਼ਨ ਹੈ ਕੋਸ਼ੀਐਂਟ ਉਸ ਟਾਈਮ ਤੇ ਸਾਡੇ ਕੋਲ ਜਿਹੜਾ ਹੈ ਐਰਰ ਨਿਕਾਲਣ ਦਾ ਜਿਹੜਾ ਫਾਰਮੂਲਾ ਹੈ ਸਾਡੇ ਜਿਹਨੂੰ ਅਸੀਂ ਬੋਲਦੇ ਹਾਂ ਰਿਲੇਟਿਵ ਐਰਰ ਫ੍ਰੈਕਸ਼ਨਲ ਐਰਰ ਡੈਲਟਾ Z ਓਵਰ Z it will be equal to plus minus ਸਾਡੇ ਕੋਲ ਕੀ ਆਏਗਾ ਡੈਲਟਾ A over A plus ਡੈਲਟਾ B over B। ਇਹ ਦੋ ਸਾਡੇ ਫਾਰਮੂਲੇ ਨੇ ਇਹ ਮਲਟੀਪਲੀਕੇਸ਼ਨ ਤੇ ਡਿਵੀਜ਼ਨ ਵਾਸਤੇ ਲੱਗੇਗਾ ਤੇ ਇਹ ਜਿਹੜਾ ਹੈਗਾ ਸਮ ਤੇ ਡਿਫਰੈਂਸ ਵਾਸਤੇ ਲੱਗੇਗਾ। ਸਮ ਤੇ ਡਿਫਰੈਂਸ ਵਾਸਤੇ ਜਸਟ ਸਾਡੀ ਐਬਸੋਲੂਟ ਐਰਰ ਆਏਗੀ ਤੇ ਜੇ ਮਲਟੀਪਲੀਕੇਸ਼ਨ ਤੇ ਡਿਵੀਜ਼ਨ ਵਾਸਤੇ ਸਾਡੇ ਕੋਲ ਜਿਹੜੀ ਹੈ ਫ੍ਰੈਕਸ਼ਨਲ ਐਰਰ ਆਏਗੀ डिवाइड होया डेल्टा A ओवर A डेल्टा B ओवर B। ਜਿਹੜਾ ਯੂਨਿਟ A ਦਾ ਹੋਏਗਾ ਸੋ ਹੀ ਯੂਨਿਟ O ਦੀ ਜਿਹੜੀ ਹੈ ਐਬਸੋਲੂਟ ਐਰਰ ਦਾ ਹੋਏਗਾ ਪਰ ਇਹ ਦੋ ਚੀਜ਼ਾਂ ਜਿਹੜੀਆਂ ਡਿਵਾਈਡ ਹੋ ਗਈਆਂ ਇਹ ਤੁਹਾਡੀ ਜਿਹੜੀ ਹੈ ਇੱਕ ਡਾਈਮੈਂਸ਼ਨ ਲੈਸ ਜਿਹੜੀ ਹੈ ਇੱਕ ਕੁਆਂਟੀਟੀ ਹੈ। ਨਾਓ ਕਮ ਟੂ ਦਾ ਫਰਸਟ ਪ੍ਰੋਬਲਮ। ਪਹਿਲੀ ਪ੍ਰੋਬਲਮ ਚ ਕੀ ਹੈ ਦੀ ਲੈਂਥ ਐਂਡ ਬ੍ਰੈਡਥ ਸਾਡੇ ਕੋਲ ਦੋ ਚੀਜ਼ਾਂ ਗਿਵਨ ਹੈ ਲੈਂਥ ਤੇ ਬ੍ਰੈਡਥ ਆਫ ਏ ਰੈਕਟੈਂਗੂਲਰ ਸ਼ੀਟ। ਸਾਡੇ ਕੋਲ ਇੱਕ ਸ਼ੀਟ ਹੈ ਉਹਦੀ ਜਿਹੜੀ ਸ਼ੇਪ ਹੈ ਰੈਕਟੈਂਗੂਲਰ ਜਿਸ ਤਰ੍ਹਾਂ ਤੁਹਾਡੇ ਕੋਲ ਕਾਪੀ ਦਾ ਜਿਹੜਾ ਪੇਪਰ ਹੁੰਦਾ ਹੈ ਰੈਕਟੈਂਗੂਲਰ ਸ਼ੇਪ ਉਹਦੀ ਲੈਂਥ ਤੇ ਬ੍ਰੈਡਥ ਸਾਨੂੰ ਗਿਵਨ ਹੈ। ਆਹ ਲੈਂਥ ਹੋ ਗਈ ਇਹ ਸਾਡੀ ਜਿਹੜੀ ਹੋ ਗਈ ਬ੍ਰੈਡਥ ਤੇ ਆਹ A ਹੋ ਗਿਆ ਇਹ B ਇਹ ਸਾਡੀਆਂ ਦੋਨੋਂ ਜਿਹੜੀਆਂ ਨੇ ਮੈਜ਼ਰਡ ਵੈਲਿਊ ਨੇ ਲੈਂਥ ਤੇ ਇੱਕ ਬ੍ਰੈਡਥ। ਅਸੀਂ ਜਿਹੜਾ ਹੈ ਅੱਜ ਲੈਂਥ ਨੂੰ L ਲਿਖਾਂਗੇ ਇਹ ਸਾਡਾ A ਹੀ ਹੈ A ਨੂੰ ਅੱਜ ਜਿਹੜਾ ਹੈ ਲੈਂਥ ਲਿਖਾਂਗੇ L। ਕਿੰਨੀ ਵੈਲਿਊ ਹੈ ਉਹਦੀ ਸਾਡੇ ਕੋਲ ਆ ਗਈ 25.2 ਸੈਂਟੀਮੀਟਰ। ਨਾਓ ਦਿਸ ਇਜ਼ ਅ ਬ੍ਰੈਡਥ ਬ੍ਰੈਡਥ ਵਾਸਤੇ ਅਸੀਂ ਜਿਹੜਾ ਹੈ ਦੁਬਾਰਾ B ਲਿਖ ਸਕਦੇ ਹਾਂ। ਜਿਸ ਤਰ੍ਹਾਂ ਦੀ ਫਿਜ਼ੀਕਲ ਕੁਆਂਟੀਟੀ ਹੋਏਗੀ ਉਹਦੇ ਅਕੋਰਡਿੰਗ ਜਿਹੜੇ ਆ ਤੁਸੀਂ ਜਿਹੜਾ ਉਹਨਾਂ ਦੇ ਜਿਹੜੇ ਆਪਣਾ ਜਿਹੜੀ ਆ ਸਿੰਬਲਸ ਜਿਹੜੇ ਯੂਜ਼ ਕਰ ਸਕਦੇ ਆ। ਨਾਓ B ਦੀ ਵੈਲਿਊ ਕਿੰਨੀ ਬ੍ਰੈਡਥ 16.8 ਸੈਂਟੀਮੀਟਰ। ਨਾਓ ਕਲੀਅਰ ਲੈਂਥ ਵੀ ਗਿਵਨ breadth ਵੀ given and have been measured in accuracy of 0.1 centimeter। ਇਹਨਾਂ ਨੂੰ ਅਸੀਂ ਜਿਹੜਾ ਹੈ ਮੈਜ਼ਰ ਕੀਤਾ ਇਹ ਉਹਦੀ ਐਕੂਰੇਸੀ ਹੈ। ਐਕੂਰੇਸੀ ਮੀਨਸ ਇਹਦੇ ਵਿੱਚ ਇੰਨੀ ਜਿਹੜੀ ਹੈ ਉਹਦੀ ਲਿਮਿਟ ਹੈ ਇਹਦੀ ਇੰਨੀ ਜਿਹੜੀ ਹੈ ਐਬਸੋਲੂਟ ਵਿੱਚ ਐਰਰ ਹੈ। ਦਿਸ ਇਜ਼ ਦਾ ਐਰਰ ਇਨ ਲੈਂਥ। ਹਾਂਜੀ ਕਿੰਨੀ ਐਰਰ ਲੈਂਥ ਹੈ 0.1 ਸੈਂਟੀਮੀਟਰ ਤੇ ਬ੍ਰੈਡਥ ਦੇ ਵਿੱਚ ਵੀ ਸਾਡੀ ਇੰਨੀ ਹੀ ਐਰਰ ਗਿਵਨ ਹੈ। ਐਕੂਰੇਸੀ ਦਾ ਮਤਲਬ ਇੱਥੋਂ ਤੱਕ ਐਕੂਰੇਟ ਹੈ
ਇਹਦਾ ਮਤਲਬ ਇਹਦੇ 0.1 ਜਿਹੜੀ ਹੈ ਵਿੱਚ ਐਰਰ ਇਨਕਲੂਡਡ ਹੈ ਡੈਲਟਾ L ਦੋਨਾਂ ਦੇ ਵਿੱਚ ਐਂਡ ਹੈਵ ਬੀਨ ਮੈਜ਼ਰਡ ਇਨ ਐਕੂਰੇਸੀ ਲੈਂਥ ਵੀ ਤੇ ਬ੍ਰੈਡਥ ਵੀ ਦੋਨਾਂ ਦੀ ਆ ਸਾਡੀ ਆ ਗਈ ਐਰਰ। ਕਈ ਵਾਰੀ ਇਸ ਪ੍ਰੋਬਲਮ ਨੂੰ ਇਸ ਤਰ੍ਹਾਂ ਵੀ ਗਿਵਨ ਕਰਦੇ ਆ, ਦੇਖੋ ਧਿਆਨ ਨਾਲ, ਲੈਂਥ 25.2 ਪਲੱਸ ਮਾਈਨਸ 0.1 12 ਸੈਂਟੀਮੀਟਰ ਵਾਇਆ ਹੁੰਦਾ ਹੈ। ਇਹਦਾ ਮਤਲਬ ਹੈ ਕਿ ਆ ਸਾਡੀ ਲੈਂਥ ਹੋ ਗਈ ਮੈਜ਼ਰਡ ਵੈਲਿਊ ਤੇ ਪਲੱਸ ਮਾਈਨਸ ਜਿਹੜੀ ਹੈ ਉਹ ਉਹਦੀ ਵਿੱਚ ਐਰਰ ਹੁੰਦੀ ਹੈ। ਇਸ ਤਰ੍ਹਾਂ ਵੀ ਸਾਡੇ ਕੋਲ ਸਮ ਆਉਂਦਾ ਹੈ, ਇਹ ਲੈਂਥ ਤੇ ਇਹ ਉਹਦੀ ਜਿਹੜੀ ਹੋਗੀ ਐਰਰ ਹੋਗੀ। ਸਿਮਿਲਰਲੀ ਜਿਹੜੀ ਬ੍ਰੈਡਥ ਹੈ ਉਹਨੂੰ ਵੀ ਆਪਾਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਨੂਮੈਰੀਕਲ ਦੇ ਵਿੱਚ ਪਲੱਸ ਮਾਈਨਸ 0.1 ਸਾਡੇ ਕੋਲ ਆ ਜਾਏਗਾ ਸੈਂਟੀਮੀਟਰ। ਆ ਬ੍ਰੈਡਥ ਹੋਗੀ, ਇਹ ਉਹਦੀ ਜਿਹੜੀ ਹੋਗੀ ਐਰਰ। ਨਾਓ we have to calculate percentage error in area। ਅਸੀਂ ਨਿਕਾਲਣੀ ਹੈ percentage error in the area of sheet। ਏਰੀਆ ਦੇ ਵਿੱਚ ਅਸੀਂ ਜਿਹੜੀ ਹੈ ਐਰਰ ਨਿਕਾਲਣੀ ਚਾਹੁੰਦੇ ਹਾਂ, percentage error। ਨਾਓ ਮੈਂ ਸਮ ਨੂੰ ਜਿਹੜਾ ਹੈ ਉੱਥੋਂ ਰੱਬ ਕਰਨ ਲੱਗਾ, ਲੈਂਥ ਵੀ ਗਿਵਨ, ਬ੍ਰੈਡਥ ਵੀ ਗਿਵਨ, ਇਹਨਾਂ ਦੀ ਜਿਹੜੀ ਹੈ ਐਰਰ ਵੀ ਸਾਡੇ ਕੋਲ ਆ ਗਈ। ਹੁਣ ਅਸੀਂ ਨਿਕਾਲਣੀ ਹੈ percentage error in area। ਨਾਓ ਪਹਿਲਾਂ ਅਸੀਂ ਜਿਹੜਾ ਹੈ ਇਹਦਾ ਏਰੀਆ ਨਿਕਾਲਦੇ ਹਾਂ। ਏਰੀਆ ਦਾ ਕੀ ਫਾਰਮੂਲਾ ਹੁੰਦਾ ਹੈ? ਏਰੀਆ ਦਾ ਮਤਲਬ ਇਹ ਲੈਂਥ ਨੂੰ ਅਸੀਂ ਜਿਹੜਾ ਹੈ ਬ੍ਰੈਡਥ ਦੇ ਨਾਲ ਅਸੀਂ ਮਲਟੀਪਲਾਈ ਕਰ ਦਿੰਦੇ ਹਾਂ, ਲੈਂਥ ਮਲਟੀਪਲਾਈ ਬਾਈ ਬ੍ਰੈਡਥ। ਇਹਦਾ ਮਤਲਬ ਆ ਹੋਇਆ ਕਿ ਸਾਡੇ ਕੋਲ ਆ A ਆ B ਪਹਿਚਾਨੋ ਜਿਹੜਾ ਫਾਰਮੂਲਾ ਸੀ ਇਹ ਸਾਡਾ ਹੋ ਗਿਆ Z। ਕੱਲ ਅਸੀਂ ਆਰਟੀਕਲ ਪੜਿਆ ਸੀ Z A ਮਲਟੀਪਲਾਈ B। ਅੱਜ ਇੱਥੇ ਲੈਂਥ ਹੈ, ਬ੍ਰੈਡਥ ਹੈ ਤੇ ਏਰੀਆ ਹੋ ਗਿਆ ਸਾਡਾ। ਨਾਓ ਇਹ ਦੋ ਨੰਬਰਾਂ ਦੀ ਜਿਹੜੀ ਹੈ ਪ੍ਰੋਡਕਟ ਹੈ ਤੇ ਇਹਦਾ ਮਤਲਬ ਜੇ ਦੋ ਨੰਬਰ ਆਪਸ ਵਿੱਚ ਮਲਟੀਪਲਾਈ ਹੋ ਰਹੇ ਨੇ ਤੇ ਫਿਰ ਅਸੀਂ ਕਿਹੜਾ ਫਾਰਮੂਲਾ ਅਪਲਾਈ ਕਰਦੇ ਹਾਂ? ਹੁਣੇ ਮੈਂ ਫਾਰਮੂਲਾ ਲਿਖੇ ਸੀ। ਨਾਓ ਡੈਲਟਾ A ਓਵਰ A ਫਾਰਮੂਲਾ ਕੀ ਸੀ ਸਾਡਾ ਮੇਨ? ਡੈਲਟਾ Z ਓਵਰ Z। ਉਥੇ Z ਸੀ ਦੋ ਨੰਬਰਾਂ ਦੀ ਮਲਟੀਪਲੀਕੇਸ਼ਨ, ਅੱਜ ਸਾਡਾ ਏਰੀਆ ਹੈ ਡੈਲਟਾ A ਓਵਰ A। ਇੱਥੇ ਕੀ ਹੁੰਦਾ ਹੈ? ਪਲੱਸ ਮਾਈਨਸ ਆ ਗਿਆ। ਇੱਥੇ ਕੀ ਸੀਗਾ ਸਾਡੇ ਕੋਲ? ਡੈਲਟਾ A ਓਵਰ A। ਸਾਡੇ ਕੋਲ ਕੀ ਹੈ? ਡੈਲਟਾ L ਓਵਰ L ਪਲੱਸ ਇੱਥੇ ਕੀ ਸੀਗਾ? ਡੈਲਟਾ B ਓਵਰ B। ਇਹ ਦੋ ਮੈਜ਼ਰਮੈਂਟ ਸੀ। ਦੂਸਰੀ ਸਾਡੀ ਹੈਗੀ ਆ ਬ੍ਰੈਡਥ, ਡੈਲਟਾ B ਓਵਰ B। ਅੱਜ ਸਾਡਾ ਜਿਹੜਾ ਹੈ ਇਸ ਫਾਰਮੂਲੇ ਦੀ ਜਗ੍ਹਾ ਤੇ ਇਸ ਤਰ੍ਹਾਂ ਅਸੀਂ ਫਾਰਮੂਲੇ ਨੂੰ ਰਿਪਰੈਜ਼ੈਂਟ ਕਰਾਂਗੇ। ਨਾਓ ਇਨ ਦਿਸ ਕੇਸ ਡੈਲਟਾ A over A is equal to plus minus what is delta L? 0.1 and what is length? ਅਸੀਂ ਇੱਥੇ ਲੈਂਥ ਆਪਣੀ ਜਿਹੜੀ ਲੈਂਥ ਸੀਗੀ ਅਸੀਂ ਉਹ ਰੱਬ ਕਰਤੀ ਹੈ ਗਲਤੀ ਨਾਲ, ਉਹ ਅਸੀਂ ਦੇਖ ਲੈਂਦੇ ਆ। ਲੈਂਥ ਹੈਗੀ ਸੀ ਸਾਡੀ 25.2, ਅੱਗੇ ਆ ਗਿਆ ਸਾਡੇ ਕੋਲ ਪਲੱਸ ਇਹਦੀ ਐਰਰ 0.1 ਡਿਵਾਈਡਡ ਬਾਈ ਸਾਡੇ ਕੋਲ ਜਿਹੜੀ ਉਹਦੀ ਬ੍ਰੈਡਥ ਗਿਵਨ ਹੈ ਇਟ ਇਜ਼ 16.8। Now this is known as fractional error in A। ਇਹ ਸਾਡੀ ਜਿਹੜੀ ਆ ਗਈ fractional error ਆ ਗਈ A ਦੇ ਵਿੱਚ, ਔਰ it is equal to ਜਦੋਂ ਅਸੀਂ 0.1 ਨੂੰ 25.2 ਦੇ ਨਾਲ ਡਿਵਾਈਡ ਕਰਾਂਗੇ ਤੇ ਸਾਡੇ ਕੋਲ ਤੁਸੀਂ ਡਿਵਾਈਡ ਕਰਕੇ ਦੇਖਣਾ 0.00396 ਆਏਗਾ। ਪਲੱਸ ਜਦੋਂ ਇਹਨਾਂ ਨੂੰ ਤੁਸੀਂ ਡਿਵਾਈਡ ਕਰੋਗੇ 1 ਨਾਲ ਪੁਆਇੰਟ ਨਾਲ ਪੁਆਇੰਟ ਕੈਂਸਲ ਤੇ ਸਾਡੇ ਕੋਲ ਆਏਗਾ 0.00595। ਇਹਨਾਂ ਦੋਨਾਂ ਨੂੰ ਮੈਂ ਜੇ ਪਲੱਸ ਕਰ ਲਵਾਂ ਸਾਡੇ ਕੋਲ ਆਏਗਾ 0.00991। ਇਹ ਜਿਹੜੀ ਦੋਨਾਂ ਚੀਜ਼ਾਂ ਨੂੰ ਅਸੀਂ ਡਿਵਾਈਡ ਕੀਤਾ, ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਹੈ ਅਸੀਂ ਪਲੱਸ ਕਰਕੇ ਸਾਡੇ ਕੋਲ ਆ ਗਿਆ 0.00991। This is the value of delta A upon A। ਪਰ ਅਸੀਂ ਨਿਕਾਲਣੀ ਹੈ percentage error ਤੇ percentage error ਏਰੀਆ 'ਚ ਕਿਵੇਂ ਨਿਕਾਲਾਂਗੇ? ਕੱਲ ਦੱਸਿਆ ਸੀ ਕਿ ਨਾਲ ਅਸੀਂ ਮਲਟੀਪਲਾਈ ਕਰ ਦਾਂਗੇ 100 ਦੇ ਨਾਲ। ਇੱਧਰ ਵੀ ਅਸੀਂ 0.00991 ਨੂੰ ਅਸੀਂ 100 ਨਾਲ ਮਲਟੀਪਲਾਈ ਕਰਾਂਗੇ
ਤੇ ਡੈਸੀਮਲ ਜਿਹੜਾ ਹੈ 2 ਜ਼ੀਰੋਆਂ ਕਰਕੇ ਇੱਥੇ ਸ਼ਿਫਟ ਹੋ ਜਾਏਗਾ, ਕਿਉਂਕਿ ਇਹ ਜਦੋਂ 0.20 ਕੱਟ ਜਾਣਗੇ ਵਿੱਚੋਂ ਸਾਡੇ ਕੋਲ ਆ ਜਾਏਗਾ 0.991. This will be your percentage error 0.991. ਇਹਨੂੰ ਜੇ ਅਸੀਂ ਰਾਉਂਡ ਆਫ ਕਰ ਦਈਏ 0.99 approximately equal to 1, ਅੱਗੇ ਲਿਖਾਂਗੇ 0.0%. ਪੁਆਇੰਟ ਤੋਂ ਬਾਅਦ ਅਸੀਂ ਇੱਕ ਡਿਜਿਟ ਸ਼ੋ ਕਰ ਰਹੇ ਹਾਂ, ਕਿਉਂਕਿ ਸਾਡੀ ਐਕੂਰੇਸੀ ਵਿੱਚ ਦੇਖੋ ਪੁਆਇੰਟ ਤੋਂ ਬਾਅਦ ਸਾਡੇ ਕੋਲ ਜਿਹੜਾ ਇੱਕ ਡਿਜਿਟ ਸੀਗਾ ਉਹਦੇ ਅਕੋਰਡਿੰਗ 1 ਪੁਆਇੰਟ ਸਾਡੇ ਕੋਲ ਜਿਹੜਾ ਹੈ 0% ਜਿਹੜੀ ਹੈ ਇਹ ਸਾਡੀ ਇੰਨੀ ਐਰਰ ਆ ਗਈ। 1% ਸਾਡੀ ਜਿਹੜੀ ਹੈ ਉਹ ਐਰਰ ਆਈ ਹੈ ਇਨ ਦਾ ਏਰੀਆ ਆਫ ਦਾ ਸ਼ੀਟ। ਨਾਓ ਕਮ ਟੂ ਨੈਕਸਟ ਪ੍ਰੋਬਲਮ। Now, second problem is the sides of rectangle are 10.5 plus minus 0.2. ਇਹ ਸਾਈਡਸ ਦਿੱਤੀਆਂ ਹੋਈਆਂ ਸਾਨੂੰ ਰੈਕਟੈਂਗਲ ਦੀ, ਇੱਕ ਲੈਂਥ ਹੈ, ਇੱਕ ਸਾਡੇ ਕੋਲ ਜਿਹੜੀ ਉਹਦੀ ਬ੍ਰੈਡਥ ਗਿਵਨ ਹੈ। ਆ ਲੈਂਥ ਤੇ ਇਹ ਉਹਦੀ ਜਿਹੜੀ ਹੈ ਐਬਸੋਲੂਟ ਐਰਰ, ਇਹ ਸਾਡੇ ਕੋਲ ਬ੍ਰੈਡਥ ਹੈ ਤੇ ਇਹ ਉਹਦੀ ਜਿਹੜੀ ਹੈ ਐਬਸੋਲੂਟ ਐਰਰ ਆ ਗਈ। ਕੈਲਕੂਲੇਟ ਅਸੀਂ ਨਿਕਾਲਣਾ ਹੈ ਕੀ ਹੈ, ਅਸੀਂ ਨਿਕਾਲਣਾ ਹੈ ਪੈਰੀਮੀਟਰ। ਨਾਓ ਵਿਦ ਐਰਰ ਲਿਮਿਟਸ, ਪੈਰੀਮੀਟਰ ਅਸੀਂ ਨਿਕਾਲਾਂਗੇ ਤੇ ਨਾਲ ਜਿਹੜੀ ਹੈ ਉਹਦੇ ਵਿੱਚ ਐਰਰ ਨੂੰ ਵੀ ਅਸੀਂ ਜਿਹੜਾ ਹੈ ਸ਼ੋ ਕਰਨਾ ਹੈ। ਨਾਓ ਇਹਨੂੰ ਕਿਸ ਤਰ੍ਹਾਂ ਹੱਲ ਕਰਾਂਗੇ। ਨਾਓ ਲੈਂਥ ਇਜ਼ ਇਕੁਅਲ ਟੂ, ਲੈਂਥ ਕਿੰਨੀ ਹੈ ਸਾਡੇ ਕੋਲ 10.5 ਸੈਂਟੀਮੀਟਰ ਤੇ ਇਹਦੀ ਜਿਹੜੀ ਐਰਰ ਕਿੰਨੀ ਹੈ ਇਹਦੇ ਵਿੱਚ ਸਾਡੇ ਕੋਲ ਹੈ 0.2 ਸੈਂਟੀਮੀਟਰ। ਨਾਓ ਬ੍ਰੈਡਥ ਕਿੰਨੀ ਹੈ ਸਾਡੇ ਕੋਲ b, ਇਟ ਇਜ਼ 5.2 ਸੈਂਟੀਮੀਟਰ ਤੇ ਇਹਦੀ ਜਿਹੜੀ ਐਬਸੋਲੂਟ ਐਰਰ ਗਿਵਨ ਹੈ ਇਟ ਇਜ਼ 0.1 ਸੈਂਟੀਮੀਟਰ। ਇਹ ਸਾਡੇ ਕੋਲ ਇਹਨਾਂ ਦੀ ਜਿਹੜੀ ਹੈ ਐਰਰ ਆ ਗਈ। ਨਾਓ ਪੈਰੀਮੀਟਰ ਦਾ ਜਿਹੜਾ ਫਾਰਮੂਲਾ ਹੈ, ਪੈਰੀਮੀਟਰ ਨਿਕਾਲਣਾ ਹੈ ਵਿਦ ਐਰਰ ਲਿਮਿਟ। ਨਾਓ ਪੈਰੀਮੀਟਰ ਦਾ ਫਾਰਮੂਲਾ ਪੜਿਆ ਹੈ twice into length plus breadth, 2 into L plus B, or you can write it as 2L plus 2B। ਸਾਡੇ ਕੋਲ ਵੈਲਿਊ ਪੁੱਟ ਕਰ ਦਾਂਗੇ, ਇੱਥੇ ਆ ਗਿਆ 2 multiply by L, ਸਾਡੇ ਕੋਲ L ਕਿੰਨਾ ਹੈ 10.5 plus 2 multiply B, ਸਾਡੇ ਕੋਲ ਬ੍ਰੈਡਥ ਕਿੰਨੀ ਹੈਗੀ ਹੈ 5.2। ਜਦੋਂ ਇਹਨਾਂ ਨੂੰ ਮਲਟੀਪਲਾਈ ਕਰਾਂਗੇ ਅਸੀਂ 10.5 ਨੂੰ 2 ਨਾਲ ਕਰਦੇ ਹਾਂ, ਇਟ ਵਿਲ ਬੀ ਯੂਅਰ 21.0। ਇਹ ਪੁਆਇੰਟ ਅਸੀਂ 0 ਇਸ ਕਰਕੇ ਲਿਖਿਆ ਕਿਉਂਕਿ ਐਕੂਰੇਸੀ ਸਾਡੀ ਡੈਸੀਮਲ ਤੋਂ ਬਾਅਦ ਇੱਕ ਡਿਜਿਟ ਸੀਗਾ, ਪੁਆਇੰਟ ਅਸੀਂ ਇਸ ਕਰਕੇ ਮਗਰ 0 ਲਗਾਤਾ। ਪਲੱਸ ਇਧਰੋਂ ਜਦੋਂ ਮਲਟੀਪਲਾਈ ਕਰੋਗੇ 5.2 ਨੂੰ ਸਾਡੇ ਕੋਲ ਆ ਜਾਏਗਾ 10.4। ਇਹਨਾਂ ਦੋਨਾਂ ਨੂੰ ਅਸੀਂ ਜੇਕਰ ਪਲੱਸ ਕਰ ਲੈਨੇ ਆ ਤੇ ਸਾਡੇ ਕੋਲ ਜਿਹੜਾ ਹੈ ਇਟ ਵਿਲ ਬੀ ਬਿਕਮ ਇਕੁਅਲ ਟੂ 21 ਤੇ 10 ਸਾਡੇ ਕੋਲ ਆ ਗਿਆ 31.4 ਸੈਂਟੀਮੀਟਰ ਸਾਡੇ ਕੋਲ ਆ ਗਿਆ ਪੈਰੀਮੀਟਰ। ਨਾਓ ਪੈਰੀਮੀਟਰ ਤੇ ਸਾਡੇ ਕੋਲ ਨਿਕਲ ਆਇਆ, ਅਸੀਂ ਪੈਰੀਮੀਟਰ ਨਿਕਾਲਣਾ ਹੈ ਵਿਦ ਐਰਰ ਲਿਮਿਟਸ। ਹੁਣ ਅਸੀਂ ਜਿਹੜੀ ਹੈ ਐਰਰ ਨਿਕਾਲਾਂਗੇ ਪੈਰੀਮੀਟਰ ਦੇ ਵਿੱਚ। ਇੱਥੇ ਦੋ ਨੰਬਰਾਂ ਦਾ ਸਮ ਹੋ ਰਿਹਾ ਹੈ, ਇਹਦਾ ਮਤਲਬ ਇੱਥੇ ਜਿਹੜਾ ਫਾਰਮੂਲਾ ਲੱਗੇਗਾ ਪ੍ਰੋਪੇਗੇਸ਼ਨ ਆਫ ਐਰਰ ਵਾਲਾ, ਸਮ ਵਾਲਾ ਅਸੀਂ ਜਿਹੜਾ ਹੈ ਇੱਥੇ ਅਪਲਾਈ ਕਰਾਂਗੇ। ਸਾਡੇ ਕੋਲ ਕੀ ਆਏਗਾ ਪੈਰੀਮੀਟਰ ਦਾ ਟਵਾਈਸ ਡੈਲਟਾ L ਪਲੱਸ ਡੈਲਟਾ B। ਆ ਤੇ 2 ਬਾਰ ਹੈ ਹੀ ਹੈ, ਬਾਕੀ ਇਹਨਾਂ ਦੀ ਜਿਹੜੀ ਹੈ ਲੈਂਥ ਜਿਹੜੀ ਹੈ ਉਹ ਵਿੱਚੋਂ ਜੇ ਪਲੱਸ ਹੋ ਜਾਏਗੀ ਡੈਲਟਾ L ਪਲੱਸ ਡੈਲਟਾ B। ਨਾਓ 2 ਦਾ 2, ਵਾਟ ਇਜ਼ ਡੈਲਟਾ L? ਡੈਲਟਾ L ਹੈ ਸਾਡੇ ਕੋਲ 0.2 plus what is delta B? It is 0.1. It will become equal to 2 multiply by 0.3. तो जो 2 ਨੂੰ 0.3 ਨਾਲ ਮਲਟੀਪਲਾਈ ਕਰੋਗੇ it will become 0.6 centimeter. It is the absolute error in the measurement of perimeter. It is 0.6 centimeter.
ਇੱਥੇ ਅਸੀਂ ਫਾਰਮੂਲਾ ਇਸ ਤਰ੍ਹਾਂ ਦਾ ਕਿਉਂ ਨਹੀਂ ਲਗਾਇਆ ਕਿ ਇਹ ਫਾਰਮੂਲਾ ਇੱਥੇ ਲੱਗ ਸਕਦਾ ਸੀ। ਇਹ ਫਾਰਮੂਲਾ ਤਾਂ ਲੱਗਦਾ ਹੈ ਜੇਕਰ ਦੋ ਨੰਬਰਾਂ ਦੀ ਪ੍ਰੋਡਕਟ ਹੋਵੇ, ਜਿਹੜੇ ਦੋ ਮੈਜ਼ਰਮੈਂਟਸ ਨੇ ਉਹਨਾਂ ਨੂੰ ਮਲਟੀਪਲਾਈ ਕੀਤਾ ਹੋਵੇ। ਜਿਵੇਂ ਏਰੀਆ ਕੱਢਦੇ ਫਿਰ ਅਸੀਂ ਲੈਂਥ ਨੂੰ ਤੇ ਬ੍ਰੈਡਥ ਨਾਲ ਮਲਟੀਪਲਾਈ ਕਰਦੇ, ਉਦੋਂ ਸਾਡੇ ਕੋਲ ਇਹ ਫਾਰਮੂਲਾ ਲੱਗੇਗਾ ਇਸ ਤਰ੍ਹਾਂ ਦਾ ਡੈਲਟਾ A ਓਵਰ A। ਇੱਥੇ ਦੋ ਨੰਬਰਾਂ ਦਾ ਜਿਹੜਾ ਜਸਟ ਸਮ ਆ ਰਿਹਾ, ਇਸ ਕਰਕੇ ਅਸੀਂ ਇੱਥੇ ਫਾਰਮੂਲਾ ਲਗਾਵਾਂਗੇ ਦੂਸਰਾ ਸਮ ਵਾਲਾ ਤੇ ਡਿਫਰੈਂਸ ਵਾਲਾ ਡੈਲਟਾ Z ਡੈਲਟਾ P ਡੈਲਟਾ A ਪਲੱਸ ਡੈਲਟਾ B ਵਰਗਾ ਫਾਰਮੂਲਾ ਅਸੀਂ ਇੱਥੇ ਲਗਾ ਦਿੱਤਾ। ਨਾਓ ਦਿਸ ਇਜ਼ ਆਵਰ ਐਬਸੋਲੂਟ ਐਰਰ ਇਨ ਪੈਰੀਮੀਟਰ। ਇਹਦਾ ਮਤਲਬ ਸਾਡਾ ਪੈਰੀਮੀਟਰ ਕਿੰਨਾ ਹੋਏਗਾ? ਸਾਡਾ ਪੈਰੀਮੀਟਰ ਕਿੰਨਾ ਆਇਆ ਸੀ ਇੱਥੇ ਜਦੋਂ ਅਸੀਂ ਪਲੱਸ ਕੀਤਾ ਸੀ ਤੇ ਸਾਡੇ ਕੋਲ ਆ ਗਿਆ 31.4 ਤੇ ਪਲੱਸ ਮਾਈਨਸ ਇਹਦੀ ਵਿੱਚ ਅਸੀਂ ਜਿਹੜੀ ਹੈ ਐਰਰ ਨੂੰ ਵਿੱਚ ਸ਼ੋ ਕਰ ਦਾਂਗੇ ਤੇ ਬਾਹਰ ਅਸੀਂ ਲਿਖ ਦਾਂਗੇ ਸੈਂਟੀਮੀਟਰ, ਕਿਉਂਕਿ ਜਿਹੜਾ ਸਾਡਾ ਪੈਰੀਮੀਟਰ ਹੈ it is measured in centimeter. This is the final result of perimeter in term of their absolute error. Now come to the third problem. Now the third problem is the radius of the sphere is measured to be 5.3 plus minus 0.1 सेंटीमीटर। ਸਾਡੇ ਕੋਲ ਜਿਹੜਾ ਹੈ ਸਫੀਅਰ ਦਾ ਜਿਹੜਾ ਰੇਡੀਅਸ ਗਿਵਨ ਹੈ 5.3 plus minus 0.1 सेंटीमीटर। ਇਹ ਸਾਡਾ ਹੋ ਗਿਆ ਰੇਡੀਅਸ, ਇਹ ਹੋ ਗਈ ਉਹਦੀ ਐਬਸੋਲੂਟ ਐਰਰ। ਕੈਲਕੂਲੇਟ ਪਰਸੈਂਟੇਜ ਐਰਰ ਇਨ ਵੋਲਿਊਮ। ਅਸੀਂ ਉਹਦੀ ਵੋਲਿਊਮ ਦੇ ਵਿੱਚ ਪਰਸੈਂਟੇਜ ਐਰਰ ਜਿਹੜੀ ਹੈ ਉਹ ਨਿਕਾਲਣੀ ਚਾਹੁੰਦੇ ਹਾਂ। ਨਾਓ ਸਭ ਨਾਲ ਪਹਿਲਾਂ ਦੇਖੋ ਕਿ ਸਾਡੇ ਕੋਲ ਜਿਹੜਾ ਰੇਡੀਅਸ ਹੈ ਉਹਦੀ ਵੈਲਿਊ ਹੈ 5.3 ਸੈਂਟੀਮੀਟਰ ਤੇ ਵਾਟ ਇਜ਼ 0.1? ਇਟ ਇਜ਼ ਅ ਐਬਸੋਲੂਟ ਐਰਰ ਇਨ ਦਾ ਮੈਜ਼ਰਮੈਂਟ ਆਫ ਰੇਡੀਅਸ। ਇਹ ਰੇਡੀਅਸ ਦੀ ਵਿੱਚ ਆ ਗਈ ਉਹਦੀ ਐਰਰ ਆ ਗਈ। ਨਾਓ ਅਸੀਂ ਐਰਰ ਕਾਹਦੇ ਚ ਨਿਕਾਲਣੀ ਹੈ? ਵੋਲਿਊਮ ਦੇ ਵਿੱਚ। ਗੱਲ ਹੋ ਰਹੀ ਹੈ ਸਾਡੀ ਸਫੀਅਰ ਦੀ। ਸਫੀਅਰ ਦਾ ਜਿਹੜਾ ਵੋਲਿਊਮ ਹੁੰਦਾ ਹੈ 4/3 ਪਾਈ r ਕਿਊਬ। ਇਹ ਸਾਡਾ ਹੁੰਦਾ ਹੈ ਵੋਲਿਊਮ ਸਫੀਅਰ ਦਾ। ਤੇ ਜੇ ਤੁਹਾਨੂੰ ਹੁਣ ਕੱਲ ਦਾ ਲੈਕਚਰ ਯਾਦ ਹੋਵੇ, ਅਸੀਂ ਲਾਸਟ ਵਿੱਚ ਡਿਸਕਸ ਕੀਤਾ ਸੀ ਜੇਕਰ ਸਾਡੇ ਕੋਲ ਕੋਈ ਵੀ ਕੁਆਂਟੀਟੀ ਜਿਹੜੀ ਹੈ ਇਨ ਟਰਮ ਆਫ ਪਾਵਰ ਆ ਜਾਂਦੀ ਹੈ, ਜੇ ਪਾਵਰ ਦੇ ਵਿੱਚ ਕੋਈ ਕੁਆਂਟੀਟੀ ਆਂਦੀ ਹੈ ਲਾਈਕ ਦਿਸ, ਮੰਨ ਲਓ ਕਿ z ਸਾਡੇ ਕੋਲ ਹੈ a ਕਿਊਬ, ਇਸ ਤਰ੍ਹਾਂ ਦਾ ਆਂਦਾ, ਫਿਰ ਇਹਦੇ ਵਿੱਚ ਜਿਹੜੀ ਪਰਸੈਂਟੇਜ ਐਰਰ ਕਿਵੇਂ ਨਿਕਾਲਦੇ ਆ? ਡੈਲਟਾ z ਓਵਰ z ਇਕੁਅਲ ਟੂ ਜਿਹੜੀ ਪਾਵਰ ਹੈ ਅਸੀਂ ਨੀਚੇ ਲਿਆਉਂਦੇ ਆ। ਇਹ ਕੱਲ ਅਸੀਂ ਆਰਟੀਕਲ ਪ੍ਰੂਵ ਕੀਤਾ, ਪਾਵਰ ਨੀਚੇ ਆ ਗਈ ਮਲਟੀਪਲਾਈ ਬਾਈ ਡੈਲਟਾ a ਓਵਰ a। ਤੇ ਜੇ ਪਰਸੈਂਟੇਜ ਨਿਕਾਲਣੀ ਹੈ ਤੇ ਇਹਨੂੰ ਅਸੀਂ 100 ਦੇ ਨਾਲ ਜਿਹੜਾ ਹੈ ਮਲਟੀਪਲਾਈ ਕਰ ਦਾਂਗੇ, then we will get the percentage error in the measurement of z। ਤੇ ਇੱਥੇ ਸਾਡੇ ਕੋਲ ਕੀ ਆਏਗਾ? z ਦੀ ਜਗ੍ਹਾ ਤੇ ਡੈਲਟਾ v ਓਵਰ v is equal to, ਇਹ ਆ ਗਈ ਸਾਡੀ ਫ੍ਰੈਕਸ਼ਨਲ ਐਰਰ। ਬਾਅਦ ਚ ਅਸੀਂ ਮਲਟੀਪਲਾਈ ਕਰਾਂਗੇ 100 ਦੇ ਨਾਲ। 4/3 ਤੇ ਪਾਈ, ਇਹਦੇ ਵਿੱਚ ਕੋਈ ਐਰਰ ਨਹੀਂ, ਵੈਸੇ ਵੀ ਇਹ ਦੋਨਾਂ ਚੀਜ਼ਾਂ ਦੀ ਰੇਸ਼ੋ ਹੈ। ਆਹ ਟਰਮ ਜਿਹੜੇ ਕਨਸਟੈਂਟ ਟਰਮਸ ਨੇ ਵਿੱਚੋਂ ਸਾਡੀਆਂ ਕੈਨਸਲ ਹੋ ਜਾਣਗੀਆਂ। ਸਾਡੇ ਕੋਲ ਕੀ ਆ ਜਾਏਗਾ? ਪਾਵਰ ਨੀਚੇ ਆ ਗਈ ਐਂਡ ਵੀ ਗੈਟ ਡੈਲਟਾ r ਡਿਵਾਈਡਡ ਬਾਈ r। ਦਿਸ ਇਜ਼ ਦਾ ਫ੍ਰੈਕਸ਼ਨਲ ਐਰਰ ਇਨ ਵੋਲਿਊਮ। ਕਿੰਨੀ ਹੋਏਗੀ? 3 ਟਾਈਮਸ ਦਾ ਫ੍ਰੈਕਸ਼ਨਲ ਐਰਰ ਇਨ ਰੇਡੀਅਸ। ਜੇ ਰੇਡੀਅਸ ਵਿੱਚ ਜਿੰਨੀ ਐਰਰ ਆਏਗੀ ਉਹਦਾ 3 ਟਾਈਮਸ ਸਾਡਾ ਜਿਹੜਾ ਹੈ ਵੋਲਿਊਮ ਦੇ ਵਿੱਚ ਜਿਹੜੀ ਸਾਡੀ ਉਹ ਐਰਰ ਜਿਹੜੀ ਹੈ ਉਹ ਟ੍ਰਾਂਸਫਰ ਹੋ ਜਾਏਗੀ। ਨਾਓ ਹਾਊ ਟੂ ਕੈਲਕੂਲੇਟ, ਅਸੀਂ ਵੈਲਿਊ ਨੋਟ ਕਰ ਲਈ ਹੈ। ਹੁਣ ਅਸੀਂ ਜਿਹੜਾ ਹੈ ਇੱਥੇ ਵੈਲਿਊ ਭਰ ਦਿੰਨੇ ਆ। ਨਾਓ ਡੈਲਟਾ v ਓਵਰ v ਇਜ਼ ਇਕੁਅਲ ਟੂ 3 ਮਲਟੀਪਲਾਈ ਬਾਈ ਵਾਟ ਇਜ਼ ਡੈਲਟਾ r? ਇਟ ਇਜ਼ 0.1 ਡਿਵਾਈਡਡ ਬਾਈ r, ਇਟ ਇਜ਼ 5.3। ਜਦੋਂ ਇਹਨੂੰ ਮਲਟੀਪਲਾਈ ਕਰੋਗੇ ਸਾਡੇ ਕੋਲ ਆ ਜਾਏਗਾ 0.3 ਡਿਵਾਈਡਡ ਬਾਈ 5.3। ਡੈਸੀਮਲ ਸਾਡੀ ਕੈਨਸਲ ਕਰਕੇ ਅਸੀਂ ਜਦੋਂ ਇਹਨਾਂ ਨੂੰ ਡਿਵਾਈਡ ਕਰਦੇ ਹਾਂ ਤੇ ਡਿਵਾਈਡ ਤੋਂ ਬਾਅਦ ਸਾਡੇ ਕੋਲ 0.0566 ਆਉਂਦਾ ਹੈ। This is
ਆਫਟਰ ਡਿਵੀਜ਼ਨ 0.0566 ਤੁਸੀਂ ਡਿਵਾਈਡ ਕਰਕੇ ਦੇਖ ਸਕਦੇ ਹੋ। ਨਾਓ ਜਦੋਂ ਇਹਨਾਂ ਨੂੰ ਡਿਵਾਈਡ ਕੀਤਾ, ਨਾਓ ਡੈਲਟਾ V ਓਵਰ V ਇਨਟੂ 100 ਕਿਉਂ ਕਰ ਰਹੇ ਆ? that will be your percentage error in the volume. It will become 0.0566 multiply by 100. ਆ ਡੈਸੀਮਲ ਜਿਹੜਾ ਦੋ ਪਲੇਸਿਸ ਸ਼ਿਫਟ ਹੋ ਜਾਏਗਾ, we get 5.66 ਅਪਰੋਕਸੀਮੇਟਲੀ ਇੰਨੀ ਆ ਗਈ। ਤੇ ਜਦੋਂ ਇਸ ਡਿਜਿਟ ਨੂੰ ਛੱਡੋਗੇ, ਇਹ 5 ਤੋਂ ਵੱਡਾ ਹੈ ਤੇ ਸਾਡੇ ਕੋਲ ਆ ਜਾਏਗਾ 5.7, ਸਾਡੇ ਕੋਲ ਜਿਹੜੀ ਹੈ ਪਰਸੈਂਟ ਸਾਡੀ ਹੈ ਐਰਰ ਆ ਜਾਏਗੀ। ਡੈਸੀਮਲ ਤੋਂ ਬਾਅਦ ਇੱਕ ਡਿਜਿਟ ਰੱਖ ਰਹੇ ਹਾਂ ਅਸੀਂ ਐਰਰ ਦੇ ਹਿਸਾਬ ਨਾਲ, 5 ਪੁਆਇੰਟ ਸਾਡੇ ਕੋਲ ਆ ਜਾਏਗਾ 7%। this is the absolute error, percentage error in the measurement of volume. Now come to next problem. Now the fourth problem is, if x is equal to a square b raised to power 2 over 3 divided by c d cube. ਇਹ ਸਾਡੇ ਕੋਲ ਇੱਕ ਐਕਸਪ੍ਰੈਸ਼ਨ ਗਿਵਨ ਹੈ in term of power. Write expression in relative error. ਤੁਸੀਂ ਜਿਹੜਾ ਹੈ relative error ਦੇ ਵਿੱਚ ਇਸ ਨੂੰ ਲਿਖ ਕੇ ਦਿਖਾਣਾ ਹੈ। relative error means fractional error ਦੇ ਵਿੱਚ ਇਹ ਸਾਰਾ ਰਿਜ਼ਲਟ ਜਿਹੜਾ ਹੈ ਅਸੀਂ ਰਿਪਰੈਜ਼ੈਂਟ ਕਰਾਂਗੇ। ਉਸ ਤੋਂ ਬਾਅਦ what is a percentage error in the measurement of x? x ਦੇ ਵਿੱਚ ਅਸੀਂ percentage error ਵੀ ਨਿਕਾਲਣੀ ਹੈ। ਸਾਨੂੰ ਜਿਹੜੀ ਹੈ a b c d ਦੀ ਜਿਹੜੀ ਹੈ percentage error ਜਿਹੜੀ ਹੈ ਉਹ ਗਿਵਨ ਹੈ। a ਦੀ percentage error 2%, b ਦੀ percentage error 3, c ਦੀ percentage error ਹੈ 1 ਤੇ d ਦੀ percentage error ਹੈਗੀ ਆ 4। ਨਾਓ ਫਸਟ ਆਫ ਆਲ ਇਹਨੂੰ ਅਸੀਂ ਰਿਲੇਟਿਵ ਐਰਰ ਦੇ ਵਿੱਚ ਇਹਨੂੰ ਅਸੀਂ ਰਿਪਰੈਜ਼ੈਂਟ ਕਰਾਂਗੇ। ਉਸ ਤੋਂ ਬਾਅਦ ਇਹਦੀ ਜਿਹੜੀ ਹੈ x ਦੀ percentage ਜਿਹੜੀ ਹੈ ਐਰਰ ਵੀ ਅਸੀਂ ਨਿਕਾਲਾਂਗੇ। ਨਾਓ ਸਭ ਤੋਂ ਪਹਿਲਾਂ ਇਹਦੀ ਜਿਹੜੀ ਹੈ ਰਿਲੇਟਿਵ ਐਰਰ ਜਿਹੜੀ ਹੈ ਆਪਾਂ ਉਹਨੂੰ ਰਿਪਰੈਜ਼ੈਂਟ ਕਰਦੇ ਹਾਂ। ਨਾਓ ਹਾਊ ਟੂ ਰਿਪਰੈਜ਼ੈਂਟ ਰਿਲੇਟਿਵ ਐਰਰ? it will be delta x over x. It is a relative error in x. ਤੇ ਫਾਰਮੂਲਾ ਕਿਹੜਾ ਲੱਗੇਗਾ? ਪਾਵਰ ਵਾਲਾ। ਅਸੀਂ ਕੀ ਕੀਤਾ ਸੀ ਕਿ ਪਾਵਰ ਜਿੰਨੀ ਵੀ ਹੈ ਉਹਨੂੰ ਨੀਚੇ ਤਾਰੋ, ਉਸ ਤੋਂ ਬਾਅਦ ਆ ਜਾਏਗਾ ਡੈਲਟਾ a over a ਪਲੱਸ ਸੈਕੰਡ ਜਿਹੜਾ ਹੈ b, a ਦੀ ਪਾਵਰ ਵੀ ਨੀਚੇ ਤਾਰਾਂਗੇ, ਸਾਡੇ ਕੋਲ ਆ ਜਾਏਗਾ ਡੈਲਟਾ b over b। ਇਹ ਸਾਡੀ ਆ ਰਹੀ ਰਿਲੇਟਿਵ ਐਰਰ। फिर आ गया प्लस c है, a दी पावर 1 है, 1 लिखने की लोड़ नहीं, डेल्टा c ओवर c। अगे आ जाएगा प्लस d, d दी पावर जिहड़ी है साडे कोल 3, अगे आ जाएगा डेल्टा d ओवर d। दिस इज द रिलेटिव एरर एक्सप्रेशन। इस जिहड़ा एक्सप्रेशन असीं लिखिआ रिलेटिव एरर दे विच कल भी दस्सिआ सी कि एरर जिहड़ी है हमेशा ही ऐड हुंदी है, कदी भी एरर जिहड़ी है सबट्रैक्ट नहीं होएगी। एरर हमेशा जिहड़ी है प्रोपेगेट करदी है, प्लस होंदी जांदी है। भावें ए दो चीज़ां डिनोमीनेटर च ने, फिर भी तुसीं इत्थे जिहड़े साइन जिहड़े पाने ने वो प्लस दे ही असीं जिहड़ा है वो लगा के चलांगे। नाउ व्हाट विल बी ए जिहड़ी हैगी है परसेंटेज एरर है, असीं हुण निकालनी है डेल्टा x ओवर x इज इक्वल टू 2 मल्टीप्लाई बाय what is delta a over a? it is the error in a। ਉਹ ਕਿੰਨੀ ਲਿਖੀ ਸੀ ਆਪਾਂ 2%। 2% ਦਾ ਮਤਲਬ 2 by 100। a ਦੀ ਜਿਹੜੀ percentage error ਸੀ ਆਪਾਂ 2 by 100 ਪਲੱਸ 2 by 3। b ਦੀ ਸਾਡੀ ਕਿੰਨੀ ਸੀਗੀ? ਸਾਡੇ ਕੋਲ ਹੈਗਾ 3 by 100 3% ਪਲੱਸ ਇਹ ਸਾਡੇ ਕੋਲ ਆ ਗਿਆ c। c ਦੀ ਸਾਡੇ ਕੋਲ ਹੈਗੀ ਆ 1%। ਇਹ ਨੂਮੈਰੀਕਲ ਦੇ ਵਿੱਚ ਪਹਿਲਾਂ ਹੀ ਗਿਵਨ ਹੈ, ਪਲੱਸ 3 ਆ ਵਾਲਾ ਆ ਗਿਆ ਤੇ d ਦੀ ਜਿਹੜੀ ਸਾਡੀ ਐਰਰ ਸੀਗੀ ਉਹ ਸੀਗੀ ਸਾਡੇ ਕੋਲ 4%। ਨਾਓ ਇਟ ਵਿਲ ਬੀ ਇਕੁਅਲ ਟੂ 2 into 2 4 by 100 ਪਲੱਸ ਇਹ ਸਾਡੇ ਕੋਲ 3 ਨਾਲ 3 ਸਾਡਾ ਜਿਹੜਾ ਕੈਂਸਲ, ਇਟ ਵਿਲ ਬੀ 2 by 100 ਪਲੱਸ 1 by 100
4 3 ਦਾ 12 ਬਾਈ 100 ਤੇ ਟੋਟਲ ਪਲੱਸ ਕਰੋਗੇ 12 13 ਸਾਡੇ ਕੋਲ ਆ ਗਿਆ 15 ਤੇ 4 ਸਾਡੇ ਕੋਲ ਆ ਜਾਏਗਾ ਇੱਥੇ 19 ਬਾਈ 100 ਇਹ ਸਾਡੀ ਜਿਹੜੀ ਵੈਲਿਊ ਆ ਗਈ ਡੈਲਟਾ x ਓਵਰ x ਦੀ ਵੈਲਿਊ delta x over x is equal to 19 by 100 but we want to calculate percentage error ਤੇ percentage error ਦੇ ਲਈ ਅਸੀਂ ਜਿਹੜਾ ਹੈ ਅਸੀਂ ਨਾਲ ਮਲਟੀਪਲਾਈ ਕਰ ਦਾਂਗੇ 100 ਦੇ ਨਾਲ ਇਧਰ ਵੀ ਸਾਡੇ ਕੋਲ percentage ਨਾਲ ਅਸੀਂ 100 ਦਾ ਮਲਟੀਪਲਾਈ and we get 19% ਜਿਹੜੀ ਹੈ error ਆਏਗੀ ਸਾਡੇ ਕੋਲ in the measurement of A. Now come to next problem. Now next problem is two resistances, this and this ohm are connected in series. 10th class ਦੇ ਵਿੱਚ ਅਸੀਂ resistance in series ਤੇ resistance in parallel ਬਾਰੇ ਅਸੀਂ ਸਟੱਡੀ ਕੀਤਾ ਹੈ। ਸਾਡੇ ਕੋਲ ਇੱਥੇ ਦੋ ਰੈਜ਼ਿਸਟੈਂਸਿਸ ਗਿਵਨ ਨੇ ਇੱਕ ਸਾਡੇ ਕੋਲ ਹੈ R1 ਜਿਹਦੀ ਵੈਲਿਊ ਹੈ 150 ਓਮ ਤੇ ਇਹ ਉਹਦੀ ਜਿਹੜੀ ਹੋ ਗਈ ਐਰਰ ਆ ਗਈ ਮੈਜ਼ਰਮੈਂਟ ਦੇ ਵਿੱਚ ਕਿੰਨੀ ਆ ਗਈ ਸਾਡੇ ਕੋਲ this is 3 ਓਮ this is the error। ਸੈਕੰਡ ਰੈਜ਼ਿਸਟੈਂਸ ਹੈ ਸਾਡੇ ਕੋਲ R2 ਜਿਹਦੀ ਵੈਲਿਊ ਹੈ 200 ਓਮ ਤੇ ਅੱਗੇ ਜਿਹੜੀ ਹੈ ਇਹਦੀ ਮੈਜ਼ਰਮੈਂਟ ਦੇ ਵਿੱਚ ਵੀ ਸਾਡੇ ਕੋਲ ਐਰਰ ਹੈਗੀ ਆ that is 4 ohm। ਇਹਨਾਂ ਦੋਨਾਂ ਨੂੰ ਅਸੀਂ ਜਿਹੜਾ ਹੈ ਸੀਰੀਜ਼ ਵਿੱਚ ਕਨੈਕਟ ਕਰ ਦਿੱਤਾ ਹੈ। ਜਦੋਂ ਵੀ ਰੈਜ਼ਿਸਟੈਂਸ ਨੂੰ ਅਸੀਂ ਸੀਰੀਜ਼ 'ਚ ਕਨੈਕਟ ਕਰਦੇ ਹਾਂ ਤੇ ਸਾਡੇ ਕੋਲ ਜਿਹੜਾ ਹੈ ਫਾਰਮੂਲਾ ਆਉਂਦਾ ਸੀਰੀਜ਼ ਦਾ RS is equal to R1 plus R2। ਸਿੱਧੀ ਰੈਜ਼ਿਸਟੈਂਸ ਅਸੀਂ ਐਡ ਕਰਦੇ ਹਾਂ ਸੀਰੀਜ਼ ਦੇ ਵਿੱਚ ਅਸੀਂ ਇਹਨਾਂ ਦੀ ਜਿਹੜੀ ਵੈਲਿਊਜ਼ ਜਿਹੜੀਆਂ ਪੁੱਟ ਕਰਕੇ ਅਸੀਂ ਪਲੱਸ ਕਰ ਦਾਂਗੇ 150 plus 200 it will become 350 ohm। ਇਹ ਸਾਡੀ ਜਿਹੜੀ ਹੈ ਟੋਟਲ ਰੈਜ਼ਿਸਟੈਂਸ ਆ ਗਈ ਸੀਰੀਜ਼ ਕੰਬੀਨੇਸ਼ਨ ਦੀ। ਹੁਣ ਪਹਿਲੇ ਵਿੱਚ ਵੀ ਐਬਸੋਲੂਟ ਐਰਰ ਹੈ ਦੂਸਰੇ ਵਿੱਚ ਵੀ ਐਰਰ ਹੈ ਇਹਦਾ ਮਤਲਬ ਹੈ ਕਿ ਜਿਹੜਾ ਸੀਰੀਜ਼ ਕੰਬੀਨੇਸ਼ਨ ਦਾ ਰਿਜ਼ਲਟ ਆਇਆ ਹੈ ਇਹਦੇ ਵਿੱਚ ਵੀ ਸਾਡੇ ਕੋਲ ਜਿਹੜੀ ਹੈ ਡੈਫੀਨੇਟਲੀ ਐਰਰ ਜਿਹੜੀ ਹੈ ਉਹ ਜ਼ਰੂਰ ਆਏਗੀ। ਨਾਓ ਡੈਲਟਾ RS ਕਿਉਂਕਿ ਅਸੀਂ ਸਿੰਪਲ ਪਲੱਸ ਕਰ ਰਹੇ ਹਾਂ ਤੇ ਸਾਡੇ ਕੋਲ ਸਿੰਪਲ ਪਲੱਸ ਵਾਲਾ ਫਾਰਮੂਲਾ ਲਗਾਵਾਂਗੇ it will be equal to delta R1 plus ਸਾਡੇ ਕੋਲ ਆ ਜਾਏਗਾ delta R2 delta R1 3 plus ਆ ਗਿਆ 4 it will become 7 ohm। ਇਹ ਸਾਡੇ ਕੋਲ ਆ ਗਈ absolute error in the measurement of ਜਿਹੜੀ resistance in series। ਇਹਦਾ ਮਤਲਬ ਟੋਟਲ ਰੈਜ਼ਿਸਟੈਂਸ ਕਿੰਨੀ ਹੋ ਗਈ ਸਾਡੀ ਟੋਟਲ ਰੈਜ਼ਿਸਟੈਂਸ ਆਈ ਸੀ 350 ਵਿੱਚ ਅਸੀਂ ਜਿਹੜੀ ਹੈ ਨਾਲ ਉਹਦੀ ਐਰਰ ਜਿਹੜੀ ਹੈ ਵਿੱਚ ਪਲੱਸ ਕਰ ਦਾਂਗੇ 7 ਤੇ ਬਾਹਰ ਜਿਹੜਾ ਹੈ ਇਹਦਾ ਅਸੀਂ ਯੂਨਿਟ ਲਗਾ ਦਿੰਦੇ ਆ ਓਮ। ਨਾਓ this is the resistance in term of its absolute error। ਇਹ absolute error ਦੇ ਵਿੱਚ ਇਸ ਨੂੰ ਅਸੀਂ ਜਿਹੜਾ ਹੈ ਐਕਸਪ੍ਰੈਸ ਕਰ ਦਿੱਤਾ ਹੈ। ਨਾਓ ਅੱਜ ਜਿਹੜੇ ਅਸੀਂ 5 ਨਿਊਮੈਰੀਕਲ ਅਸੀਂ ਜਿਹੜੇ ਨੇ ਇੱਥੇ ਸੋਲਵ ਕੀਤੇ ਨੇ ਆਈ ਹੋਪ ਕਿ ਤੁਹਾਨੂੰ ਜਿਹੜੇ ਆ ਨਿਊਮੈਰੀਕਲ ਅੱਜ ਜਿਹੜੇ ਚੰਗੇ ਤਰੀਕੇ ਨਾਲ ਕਲੀਅਰ ਹੋ ਗਏ। ਇਹ ਨਿਊਮੈਰੀਕਲ ਤੁਸੀਂ ਕਰੋ ਇਸ ਤੋਂ ਬਾਅਦ ਜਿਹੜਾ ਮੈਂ ਹੋਰ ਨਿਊਮੈਰੀਕਲ ਜਿਹੜੇ ਆ ਨੈਕਸਟ ਲੈਕਚਰ ਵਿੱਚ ਆਪਾਂ ਸੋਲਵ ਕਰਾਂਗੇ ਤੇ ਜਿੰਨੀ ਦੇਰ ਤੱਕ ਸਾਨੂੰ ਇਹ ਨਿਊਮੈਰੀਕਲ ਨਹੀਂ ਆਉਂਦੇ ਉਨੀ ਦੇਰ ਤੱਕ ਜਿਹੜੀ ਸਾਡੀ ਜਿਹੜੀ ਥਿਊਰੀ ਹੈ ਪ੍ਰੋਪੇਗੇਸ਼ਨ ਆਫ ਜਿਹੜੀ ਐਰਰ ਦੀ ਉਹ ਕਿਸੇ ਕੰਮ ਨਹੀਂ ਆਏਗੀ ਕਿਉਂਕਿ ਮੇਨ ਅਸੀਂ ਜਿਹੜਾ ਹੈ ਕਿਸ ਤਰ੍ਹਾਂ ਐਰਰ ਪ੍ਰੋਪੇਗੇਟ ਕਰਦੀ ਹੈ ਉਹ ਸਾਨੂੰ ਨਿਕਾਲਣੀ ਆਣੀ ਚਾਹੀਦੀ ਹੈ ਕਿ ਜੇ ਇੱਕ ਮੈਜ਼ਰਮੈਂਟ ਵਿੱਚ ਇੰਨੇ % ਐਰਰ ਹੈ ਦੂਸਰੇ ਵਿੱਚ ਇੰਨੇ ਹੈ ਤੇ ਜਿਹੜਾ ਟੋਟਲ ਫਾਈਨਲ ਰਿਜ਼ਲਟ ਹੈ ਉਹਦੇ ਵਿੱਚ ਕਿੰਨੀ ਐਰਰ ਆਏਗੀ ਇਸ ਤਰ੍ਹਾਂ ਦੇ ਸਮ ਜਿਹੜੇ ਸਾਨੂੰ ਨਿਕਾਲਣੇ ਆਣੇ ਚਾਹੀਦੇ ਨੇ। ਕੱਲੀ ਥਿਊਰੀ ਦੇ ਉੱਤੇ ਅਸੀਂ ਜਿਹੜਾ ਹੈ ਨਹੀਂ ਰਹਿਣਾ। ਨਿਊਮੈਰੀਕਲ ਜਿਹੜੇ ਨੇ ਬਹੁਤ ਹੀ ਸਾਡੇ ਜਿਹੜੇ ਇੰਪੋਰਟੈਂਟ ਪਾਰਟ ਨੇ ਫਿਜ਼ਿਕਸ ਦਾ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਵੱਧ ਤੋਂ ਵੱਧ ਜਿਹੜੇ ਨਿਊਮੈਰੀਕਲ ਜਿਹੜੇ ਉਹ ਤੁਸੀਂ ਸੋਲਵ ਕਰਨੇ ਆ। ਥੈਂਕ ਯੂ।